ਆਪਸ ਵਿੱਚ ਜੋੜਨ ਵਾਲੀ ਹੈ ਇਹ ਕੜੀ, ਸਹਿਯੋਗ ਅਤੇ ਸੰਬੰਧਤਾ ਹੈ ਜਾਦੂਈ ਛੜੀ। ਤੁਹਾਡੇ ਹੱਥ ਵਿੱਚ ਹੈ ਰਿਸ਼ਤਿਆਂ ਦੀ ਡੋਰ, ਕਦੇ ਨਾ ਛੱਡਿਓ ਭਾਵਨਾਵਾਂ ਦਾ ਛੋਰ। ਪਿਆਰੇ ਬੱਚਿਓ, ਮੈਂ ਐਕਮੀ ਮਿੱਤਲ ਅੱਜ ਤੁਹਾਡੇ ਨਾਲ ਸਹਿਯੋਗ ਅਤੇ ਸੰਬੰਧਤਾ ਦੇ ਉੱਪਰ ਆਪਣੇ ਕੁਝ ਵਿਚਾਰ ਪੇਸ਼ ਕਰਨ ਜਾ ਰਹੀ ਹਾਂ। ਜ਼ਿੰਦਗੀ ਇੱਕ ਇਹੋ ਜਿਹੀ ਯਾਤਰਾ ਹੈ ਜੋ ਆਪਣੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਹ ਜ਼ਿੰਦਗੀ ਰੂਪੀ ਯਾਤਰਾ ਕੁਝ ਰਿਸ਼ਤਿਆਂ ਨਾਲ ਸ਼ੁਰੂ ਹੁੰਦੀ ਹੈ, ਪਰ ਕੁਝ ਰਿਸ਼ਤੇ ਸਫ਼ਰ ਦੇ ਦੌਰਾਨ ਬਣਦੇ ਹਨ। ਇਹ ਸਾਰੇ ਰਿਸ਼ਤੇ ਯਾਨੀ ਕਿ ਮਾਂ-ਬਾਪ, ਭੈਣ-ਭਰਾ, ਰਿਸ਼ਤੇਦਾਰ, ਦੋਸਤ ਅਤੇ ਅਧਿਆਪਕ ਹਰ ਕਦਮ ਤੇ ਆਪਣੇ ਨਾਲ ਮਿਲ ਕੇ ਚੱਲਦੇ ਹਨ ਔਰ ਹਰ ਤਰੀਕੇ ਨਾਲ ਆਪਾਂ ਨੂੰ ਸਹਿਯੋਗ ਦੇ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ, ਸ਼ਾਨਦਾਰ ਅਤੇ ਦਿਲਚਸਪ ਬਣਾ ਦਿੰਦੇ ਹਨ। ਆਪਣੀ ਤਰੱਕੀ ਅਤੇ ਸਫਲਤਾ ਵਿੱਚ ਭਰਪੂਰ ਯੋਗਦਾਨ ਪਾਉਂਦੇ ਹਨ। ਬੁਲਬੁਲ ਦੇ ਬੱਚੇ ਦੀ ਕਹਾਣੀ ਦੇ ਨਾਲ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਏਗੀ ਕਿ ਕੋਆਪਰੇਸ਼ਨ ਤੇ ਬਿਲੋਂਗਿੰਗਨੈਸ ਆਪਣੀ ਜ਼ਿੰਦਗੀ ਵਿੱਚ ਕਿੰਨਾ ਅਹਿਮ ਰੋਲ ਪਲੇ ਕਰਦੇ ਹਨ। ਪਿਛਲੇ ਸਾਲ ਜੂਨ ਦੀ ਗੱਲ ਹੈ। ਗਰਮੀ ਬਹੁਤ ਜ਼ਿਆਦਾ ਸੀ। ਦੋ ਬੁਲਬੁਲ ਤਿਨਕਾ ਕਿਤੇ ਲੱਭ ਕੇ ਲਿਆਉਂਦੇ ਅਤੇ ਸਾਡੇ ਘਰ ਲੱਗੇ ਪਪੀਤੇ ਦੇ ਪੌਦੇ ਤੇ ਆਲਣਾ ਬਣਾਉਣ ਲਈ ਸਾਰਾ ਦਿਨ ਅਣਥੱਕ ਮਿਹਨਤ ਕਰਦੇ। ਉਹ ਇਸ ਕੰਮ ਨੂੰ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਕਰਦੇ ਸਨ। ਕਰਨ ਵੀ ਕਿਉਂ ਨਾ, ਘਰ ਪਸ਼ੂ ਪੰਛੀਆਂ ਲਈ ਵੀ ਓਨੇ ਹੀ ਮਾਇਨੇ ਰੱਖਦਾ ਹੈ ਜਿੰਨਾ ਕਿ ਇਨਸਾਨਾਂ ਲਈ। ਆਪਸੀ ਸਹਿਯੋਗ ਅਤੇ ਚੰਗੇ ਸੰਬੰਧ ਹੋਣ ਕਰਕੇ ਉਹ ਆਪਣਾ ਘਰ ਬਣਾਉਣ ਵਿੱਚ ਸਫਲ ਹੋ ਗਏ ਸਨ। ਸੂਰਜ ਚੜ੍ਹਨ ਤੋਂ ਪਹਿਲਾਂ ਉਹ ਦੋਵੇਂ ਭੋਜਨ ਦੀ ਭਾਲ ਵਿੱਚ ਉੱਡ ਜਾਂਦੇ। ਕਦੇ-ਕਦੇ ਬਨੇਰਿਆਂ ਤੇ ਬੈਠ ਕੇ ਆਪਣੇ ਆਲ੍ਹਣੇ ਦਾ ਧਿਆਨ ਰੱਖਦੇ। ਇਹ ਕੰਮ ਉਹਨਾਂ ਨੂੰ ਚੰਗਾ ਲੱਗਦਾ ਸੀ। ਪੂਰਾ ਦਿਨ ਖੁਸ਼ੀਆਂ ਭਰੇ ਗੀਤ ਗਾਉਂਦੇ। ਇੰਝ ਲੱਗਦਾ ਸੀ ਜਿਵੇਂ ਉਹ ਰੱਬ ਦੇ ਸ਼ੁਕਰਗੁਜ਼ਾਰ ਹੋ ਰਹੇ ਹੋਣ। ਕੁਝ ਦਿਨਾਂ ਬਾਅਦ ਮਾਦਾ ਬੁਲਬੁਲ ਜ਼ਿਆਦਾ ਸਮਾਂ ਆਪਣੇ ਆਲ੍ਹਣੇ ਵਿੱਚ ਹੀ ਬਿਤਾਉਣ ਲੱਗ ਪਈ ਅਤੇ ਨਰ ਬੁਲਬੁਲ ਚੌਕੀਦਾਰ ਵਾਂਗ ਉਹਨਾਂ ਦੀ ਰਾਖੀ ਕਰਦਾ। ਹੁਣ ਦੋਹਾਂ ਦੀ ਜ਼ਿੰਮੇਵਾਰੀ ਵੱਧ ਗਈ ਸੀ। ਉਹ ਸਿਰਫ ਆਪਣੇ ਲਈ ਹੀ ਨਹੀਂ, ਆਪਣੇ ਬੱਚੇ ਲਈ ਵੀ ਭੋਜਨ ਤਲਾਸ਼ਣ ਜਾਂਦੀ, ਪਰ ਜ਼ਿਆਦਾ ਦੂਰ ਨਹੀਂ। ਬੁਲਬੁਲ ਦਾ ਬੱਚਾ ਬੇਸਬਰੀ ਨਾਲ ਆਪਣੇ ਮਾਪਿਆਂ ਦਾ ਇੰਤਜ਼ਾਰ ਕਰਦਾ ਅਤੇ ਆਵਾਜ਼ ਲਗਾਉਂਦਾ। ਆਪਣੇ ਬੱਚੇ ਦੀ ਆਵਾਜ਼ ਸੁਣ ਕੇ ਉਹ ਦੋਵੇਂ ਇੱਕ ਪਲ ਵਿੱਚ ਹੀ ਉੱਥੇ ਪਹੁੰਚ ਜਾਂਦੇ। ਇੱਕ ਦਿਨ ਮਾਦਾ ਬੁਲਬੁਲ ਆਪਣੀ ਚੁੰਝ ਵਿੱਚ ਕੀੜਾ ਯਾਨੀ ਕਿ ਭੋਜਨ ਲੈ ਕੇ ਪਹੁੰਚੀ ਤਾਂ ਦੇਖਿਆ ਕਿ ਆਲ੍ਹਣਾ ਖਾਲੀ ਸੀ। ਦੁਖੀ ਹੋ ਕੇ ਉਸਨੇ ਆਵਾਜ਼ ਮਾਰੀ। ਨਰ ਬੁਲਬੁਲ ਵੀ ਉੱਥੇ ਪਹੁੰਚ ਗਿਆ। ਦੋਹਾਂ ਨੇ ਮਿਲ ਕੇ ਆਪਣੇ ਬੱਚੇ ਨੂੰ ਇੱਧਰ ਉੱਧਰ ਹਰ ਜਗ੍ਹਾ ਤੇ ਲੱਭਿਆ। ਬੱਚਾ ਬਨੇਰੇ ਉੱਤੇ ਬੈਠਾ ਸੀ। ਆਪਣੇ ਬੱਚੇ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਈ। ਉਹਨਾਂ ਦੇ ਬੱਚੇ ਨੇ ਹੁਣ ਉੱਡਣਾ ਸਿੱਖ ਲਿਆ ਸੀ। ਤਿੰਨੇ ਖੁਸ਼ੀ ਦੂਰ ਚਲੇ ਗਏ ਅਤੇ ਮੁੜ ਵਾਪਸ ਨਹੀਂ ਆਏ। ਪਿਆਰੇ ਬੱਚਿਓ, ਬੁਲਬੁਲ ਤੇ ਉਸਦੇ ਬੱਚੇ ਦੀ ਕਹਾਣੀ ਸੁਣ ਕੇ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਇੱਕ ਪਰਿਵਾਰ, ਇੱਕ ਘਰ ਇੱਕ ਦੂਸਰੇ ਦੇ ਤਾਲਮੇਲ, ਪਿਆਰ ਅਤੇ ਸਹਿਯੋਗ ਦੇ ਨਾਲ ਹੀ ਬਣਦਾ ਹੈ। ਸਹਿਯੋਗ ਅਤੇ ਸੰਬੰਧਤਾ ਦੀ ਭਾਵਨਾ ਘਰ ਦੇ ਨਾਲ ਸਕੂਲ ਦੇ ਵਿੱਚ ਵੀ ਉਨੇ ਹੀ ਮਾਇਨੇ ਰੱਖਦੀ ਹੈ। ਐਸੇ ਲਈ ਹੀ ਸਕੂਲ ਦੇ ਵਿੱਚ ਬੜੀ ਪ੍ਰੋਗਰਾਮ, ਬੜੀ ਸਿਸਟਮ, ਬੜੀ ਗਰੁੱਪ ਸ਼ੁਰੂ ਕੀਤੇ ਗਏ ਹਨ ਤਾਂ ਕਿ ਤੁਸੀਂ ਸਾਰੇ ਬੱਚੇ ਮਿਲ ਕੇ ਇੱਕ ਦੂਸਰੇ ਦੇ ਤਾਲਮੇਲ ਦੇ ਨਾਲ ਬਹੁਤ ਜ਼ਿਆਦਾ ਉਚਾਈਆਂ, ਬਹੁਤ ਬੁਲੰਦੀਆਂ ਛੂਹ ਸਕੋ। ਬੜੀ ਗਰੁੱਪਸ ਦੇ ਵਿੱਚ ਕੰਮ ਕਰਦੇ ਤੁਹਾਡੇ ਅੰਦਰ ਕੁਝ ਅਨਮੋਲ ਗੁਣ ਵੀ ਪੈਦਾ ਹੋ ਜਾਣਗੇ, ਜਿਵੇਂ ਕਿ ਕੰਮ ਨੂੰ ਸਫਲਤਾ ਨਾਲ ਕਰਨਾ, ਟਾਈਮ ਤੋਂ ਪਹਿਲਾਂ ਕਰਨਾ ਜਾਂ ਇੱਕ ਦੂਸਰੇ ਦੀ ਮਦਦ ਕਰਨਾ। ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੁਝ ਕੰਮ ਇਹੋ ਜਿਹੇ ਹੁੰਦੇ ਹੈ ਜਿਹੜੇ ਆਪਾਂ ਇਕੱਲੇ ਕਰ ਸਕਦੇ ਹਾਂ, ਪਰ ਕੁਝ ਕੰਮ ਇਹੋ ਜਿਹੇ ਹੁੰਦੇ ਹੈ ਜਿਹੜੇ ਆਪਾਂ ਕਿਸੇ ਨਾਲ ਮਿਲ ਕੇ ਹੀ ਪੂਰੇ ਕਰ ਸਕਦੇ ਹਾਂ। ਔਰ ਜਦੋਂ ਆਪਾਂ ਕਿਸੇ ਨਾਲ ਮਿਲ ਕੇ ਪੂਰੇ ਕਰਦੇ ਹਾਂ ਤਾਂ ਉਹ ਕੰਮ ਜ਼ਿਆਦਾ ਆਸਾਨੀ ਨਾਲ ਹੋ ਜਾਂਦੇ ਹਨ, ਜ਼ਿਆਦਾ ਦਿਲਚਸਪ ਹੋ ਜਾਂਦੇ ਹਨ, ਜ਼ਿਆਦਾ ਵਧੀਆ ਹੋ ਜਾਂਦੇ ਹਨ। ਕੋਈ ਵੀ ਘਰ ਜਾਂ ਕੋਈ ਵੀ ਸਕੂਲ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਆਪਸ ਦੇ ਵਿੱਚ ਕੋਈ ਵੀ ਤਾਲਮੇਲ ਜਾਂ ਟੀਮ ਵਰਕ ਨਾ ਹੋਈ, ਆਪਸ ਵਿੱਚ ਕੋਈ ਵੀ ਸਹਿਯੋਗ ਦੀ ਭਾਵਨਾ ਨਾ ਹੋਈ। ਪਿਆਰੇ ਬੱਚਿਓ, ਇਹ ਦੋ ਅਨਮੋਲ ਗੁਣ ਸਹਿਯੋਗ ਤੇ ਸੰਬੰਧਤਾ ਤੁਸੀਂ ਕਿਸੇ ਵੀ ਉਮਰ ਦੇ ਵਿੱਚ
ਅਪਣਾ ਸਕਦੇ ਹੋ। ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਗੱਲਾਂ ਤੁਹਾਡੇ ਅੰਦਰ ਸਹਿਯੋਗ ਅਤੇ ਸੰਬੰਧਤਾ ਦੀ ਭਾਵਨਾ ਨੂੰ ਪੈਦਾ ਕਰ ਸਕਦੀਆਂ ਹਨ? ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਇੱਕ ਰੂਲ ਯਾਦ ਰੱਖਣਾ ਹੈ, ਕੈਬ ਰੂਲ। ਇੱਥੇ ਸੀ ਤੋਂ ਮੇਰਾ ਮਤਲਬ ਹੈ ਕੋਆਪਰੇਸ਼ਨ यानी कि सहयोग, ए एडजस्टमेंट यानी कि तालमेल, बी बिलोंगिंगनेस यानी कि संबंधता, आर रिस्पेक्ट यानी कि सम्मान, यू अंडरस्टैंडिंग यानी कि सूझबूझ, एल लव यानी कि प्यार, ई इमोशन यानी कि भावना। चलो एक एक करके ਇਹਨਾਂ 7 ਦੇ 7 ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝੀਏ। ਫਰਸਟ ਰੂਲ ਹੈ ਕੋਆਪਰੇਸ਼ਨ ਯਾਨੀ ਕਿ ਸਹਿਯੋਗ। ਬੁਲਬੁਲ ਦੀ ਸਟੋਰੀ ਤੋਂ ਆਪਾਂ ਸਿੱਖਿਆ ਕਿ ਕਿਵੇਂ ਦੋਵਾਂ ਨੇ ਮਿਲ ਕੇ ਆਪਣੇ ਸੁਪਨੇ ਦਾ ਮਹਿਲ ਬਣਾਇਆ, ਤਿਨਕਾ ਇਕੱਠਾ ਕਰਕੇ ਆਪਣਾ ਆਲਣਾ ਬਣਾਇਆ। ਕਿਵੇਂ? ਪੂਰੇ ਸਹਿਯੋਗ ਦੇ ਨਾਲ। ਜੇ ਉਹਨਾਂ ਨੇ ਇੱਕ ਦੂਸਰੇ ਨੂੰ ਸਹਿਯੋਗ ਦਿੱਤਾ ਤਾਂ ਹੀ ਉਹਨਾਂ ਦਾ ਘਰ ਬਣ ਪਾਇਆ ਸੀ। ਮੰਨ ਲਓ ਜੇ ਉਹ ਦੋਨੋਂ ਬੁਲਬੁਲ ਇੱਕ ਦੂਸਰੇ ਨੂੰ ਕੋਆਪਰੇਟ ਨਾ ਕਰਦੇ ਤਾਂ ਕੀ ਉਹਨਾਂ ਦਾ ਘਰ ਬਣ ਸਕਦਾ ਸੀ? ਨਹੀਂ। ਸੈਕਿੰਡ ਰੂਲ ਹੈ ਐਡਜਸਟਮੈਂਟ, ਮਤਲਬ ਤਾਲਮੇਲ। ਲਾਈਫ ਇਜ਼ ਆਲ ਅਬਾਊਟ ਐਡਜਸਟਮੈਂਟਸ, ਯਾਨੀ ਕਿ ਆਪਣੀ ਜ਼ਿੰਦਗੀ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਤਾਲਮੇਲ ਦੇ ਉੱਪਰ ਨਿਰਭਰ ਕਰਦੀ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਸੋਚਦੇ ਕੁਝ ਹੋਰ ਆ ਪਰ ਹੁੰਦਾ ਕੁਝ ਹੋਰ ਹੈ, ਨਾ? ਮੇਰੇ ਨਾਲ ਤਾਂ ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ, ਹੋ ਸਕਦਾ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੋਏ। ਲੇਕਿਨ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਜ਼ਿੰਦਗੀ ਤੋਂ ਭੱਜਣਾ ਨਹੀਂ ਹੁੰਦਾ, ਆਪਾਂ ਜ਼ਿੰਦਗੀ ਨੂੰ ਫੇਸ ਕਰਨਾ ਹੁੰਦਾ ਹੈ, ਐਡਜਸਟਮੈਂਟ ਕਰਨੀ ਹੁੰਦੀ ਹੈ, ਮਿਲ ਕੇ ਚੱਲਣਾ ਹੁੰਦਾ ਹੈ ਆਪਣੀ ਫੈਮਿਲੀ ਦੇ ਨਾਲ ਜਾਂ ਆਪਣੇ ਫਰੈਂਡਸ ਦੇ ਨਾਲ। ਜ਼ਿੰਦਗੀ ਵਿੱਚ ਕਿਸੇ ਵੀ ਮੌਕੇ 'ਤੇ ਅਗਰ ਆਪਾਂ ਨੂੰ ਚੂਜ਼ ਕਰਨਾ ਪਏ ਕਿ ਆਪਾਂ ਆਪਣੀ ਫੀਲਿੰਗਸ ਨੂੰ ਚੂਜ਼ ਕਰਨਾ ਹੈ ਜਾਂ ਰਿਐਲਿਟੀ ਨੂੰ ਚੂਜ਼ ਕਰਨਾ ਹੈ ਤਾਂ ਅਫਕੋਰਸ ਰਿਐਲਿਟੀ ਨੂੰ ਹੀ ਚੂਜ਼ ਕਰਨਾ ਚਾਹੀਦਾ ਹੈ। ਆਪਾਂ ਨੂੰ ਉਸ ਟਾਈਮ 'ਤੇ ਕੁਇਟ ਕਰਨ ਦੀ ਜ਼ਰੂਰਤ ਨਹੀਂ ਹੈ, ਬਲਕਿ ਐਕਸੈਪਟ ਕਰਨ ਦੀ ਜ਼ਰੂਰਤ ਹੈ। ਜ਼ਰਾ ਸੋਚੋ, ਜੇ ਆਪਾਂ ਐਡਜਸਟਮੈਂਟ ਦੀ ਫੀਲਿੰਗ ਨੂੰ ਆਪਣੇ ਅੰਦਰ ਨਹੀਂ ਰੱਖਦੇ ਤਾਂ ਕੀ ਹੋਏਗਾ? ਉਸ ਨਾਲ ਬੜੇ ਖੂਬਸੂਰਤ ਰਿਸ਼ਤੇ ਟੁੱਟ ਜਾਣਗੇ, ਚਾਹੇ ਉਹ ਰਿਸ਼ਤੇ ਟੀਚਰਸ ਦੇ ਨਾਲ ਹੋਣ, ਪੇਰੈਂਟਸ ਦੇ ਨਾਲ ਹੋਣ, ਭੈਣ ਭਰਾਵਾਂ ਦੇ ਨਾਲ, ਚਾਹੇ ਫਰੈਂਡਸ ਦੇ ਨਾਲ। ਐਡਜਸਟਮੈਂਟ ਕਰਨ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਸਮਝਣਾ ਸਿੱਖਦੇ ਹਾਂ। ਇਸ ਵਿੱਚ ਆਪਾਂ ਦੂਸਰਿਆਂ ਦੀ ਗਲਤੀਆਂ ਨੂੰ ਇਗਨੋਰ ਕਰਕੇ ਇੱਕ ਹੈਪੀ ਲਾਈਫ ਜੀ ਸਕਦੇ ਹਾਂ। ਤੀਸਰਾ ਰੂਲ ਹੈ ਬਿਲੋਂਗਿੰਗਨੈਸ, ਯਾਨੀ ਕਿ ਸੰਬੰਧਤਾ ਦਾ। ਬਿਲੋਂਗਿੰਗਨੈਸ ਇੱਕ ਇਹੋ ਜਿਹੀ ਭਾਵਨਾ ਹੈ ਜਿਸ ਨੂੰ ਅਪਣਾਉਣ ਦੀ ਲੋੜ ਨਹੀਂ ਪੈਂਦੀ, ਬਲਕਿ ਬਾਏ ਬਰਥ ਯਾਨੀ ਕਿ ਜਨਮ ਤੋਂ ਹੀ ਇਹ ਭਾਵਨਾ ਆਪਣੇ ਅੰਦਰ ਸਮਾਈ ਹੁੰਦੀ ਹੈ। ਔਰ ਉਹੀ ਬੱਚਾ ਥੋੜ੍ਹਾ ਵੱਡਾ ਹੋ ਕੇ ਇਹ ਹੱਕ ਜਮਾਉਣ ਲੱਗ ਜਾਂਦਾ ਹੈ ਕਿ ਇਹ ਮੇਰੇ ਪਾਪਾ ਹਨ, ਇਹ ਮੇਰੇ ਮੰਮਾ ਹੈ। ਬਿਲੋਂਗਿੰਗਨੈਸ ਇੱਕ ਇਹੋ ਜਿਹੀ ਡੋਰ ਹੈ ਜੋ ਹਰ ਰਿਸ਼ਤੇ ਨੂੰ ਆਪਸ ਦੇ ਵਿੱਚ ਬੰਨ੍ਹ ਕੇ ਰੱਖਦੀ ਹੈ। ਆਪਣੇਪਨ ਦੀ ਐਸੇ ਭਾਵਨਾ ਕਰਕੇ ਹੀ ਆਪਾਂ ਨੂੰ ਆਪਣਾ ਘਰ, ਆਪਣਾ ਸਕੂਲ, ਆਪਣਾ ਦੇਸ਼ ਸਭ ਤੋਂ ਪਿਆਰਾ ਲੱਗਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੇ ਘਰ, ਆਪਣੇ ਸਕੂਲ ਔਰ ਆਪਣੇ ਦੇਸ਼ ਦਾ ਇੱਕ ਅਹਿਮ ਹਿੱਸਾ ਹਾਂ। ਐਸੇ ਲਈ ਹੀ ਅਸੀਂ ਅਨੇਕਤਾ ਦੇ ਵਿੱਚ ਵੀ ਏਕਤਾ ਨੂੰ ਲੱਭਦੇ ਹਾਂ। ਪਿਆਰੇ ਬੱਚਿਓ, ਬਿਲੋਂਗਿੰਗਨੈਸ ਦੀ ਫੀਲਿੰਗ ਨੂੰ ਬਰਕਰਾਰ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਬੁਲਬੁਲ ਦੀ ਸਟੋਰੀ ਦੇ ਵਿੱਚ ਆਪਾਂ ਦੇਖਿਆ ਕਿ ਦੋਵੇਂ ਬੁਲਬੁਲ ਘਰ ਬਣਾਉਂਦੇ ਹੋਏ ਇੱਕ ਦੂਸਰੇ ਨੂੰ ਸਹਿਯੋਗ ਕਰ ਰਹੇ ਸੀ। ਪਰ ਕੀ ਤੁਸੀਂ ਸਮਝ ਸਕਦੇ ਹੋ ਕਿ ਉਹ ਇੱਕ ਦੂਸਰੇ ਨੂੰ ਸਹਿਯੋਗ ਕਿਉਂ ਕਰ ਰਹੇ ਸੀ? ਕਿਉਂਕਿ ਉਹ ਦੋਵੇਂ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਸਨ ਕਿ ਇਹ ਘਰ ਉਹਨਾਂ ਦਾ ਆਪਣਾ ਹੈ। ਘਰ ਤਿਨਕਾਂ ਦਾ ਨਹੀਂ, ਸਗੋਂ ਬਿਲੋਂਗਿੰਗਨੈਸ ਦੀ ਫੀਲਿੰਗਸ ਦੇ ਨਾਲ ਬਣਦਾ ਹੈ, ਜਿਸ ਕਾਰਨ ਇੱਕ ਹਲਕੀ ਜਿਹੀ ਮੁਸਕਰਾਹਟ ਵੱਡੇ ਵੱਡੇ ਹਾਸਿਆਂ ਵਿੱਚ ਬਦਲ ਜਾਂਦੀ ਹੈ ਔਰ ਇੱਕ ਨਿੱਕੀ ਜਿਹੀ ਘਟਨਾ ਵੱਡੀਆਂ ਵੱਡੀਆਂ ਯਾਦਾਂ ਦੇ ਵਿੱਚ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇਹ ਫੀਲਿੰਗ ਹਰ ਇਨਸਾਨ ਨੂੰ ਸਟਰੋਂਗ, ਹੈਲਥੀ ਤੇ ਹੈਪੀ ਬਣਾਉਂਦੀ ਹੈ। ਪਿਆਰੇ ਬੱਚਿਓ, ਫੋਰਥ ਰੂਲ ਹੈ ਰਿਸਪੈਕਟ। ਕਿਸੇ ਨੂੰ
ਰਿਸਪੈਕਟ ਦੇਣ ਦਾ ਮਤਲਬ ਹੈ ਕਿ ਉਸ ਇਨਸਾਨ ਦੇ ਨਾਲ ਨਰਮੀ ਨਾਲ ਵਰਤਾਵ ਕਰਨਾ, ਉਸ ਤਰੀਕੇ ਨਾਲ ਵਰਤਾਵ ਕਰਨਾ ਜਿਸ ਤਰ੍ਹਾਂ ਕਿ ਤੁਸੀਂ ਖੁਦ ਲਈ ਚਾਹੁੰਦੇ ਹੋ ਕਿ ਤੁਹਾਡੇ ਨਾਲ ਉਸ ਤਰ੍ਹਾਂ ਦਾ ਵਰਤਾਵ ਹੋਏ। ਰਿਸਪੈਕਟ ਯਾਨੀ ਕਿ ਆਦਰ, ਸਨਮਾਨ ਦਾ ਮਤਲਬ ਇਹ ਵੀ ਹੈ ਕਿ ਆਪਾਂ ਦੂਸਰਿਆਂ ਦੀ, ਵੱਡਿਆਂ ਦੀ ਗੱਲਾਂ ਨੂੰ, ਪ੍ਰੋਬਲਮਸ ਨੂੰ, ਥਾਟਸ ਨੂੰ ਸੁਣੀਏ ਅਤੇ ਸਮਝੀਏ। ਰਿਸਪੈਕਟ ਇੱਕ ਵਨ ਵੇ ਵਾਲੀ ਰੋਡ ਨਹੀਂ, ਇਹ ਤਾਂ 2 ਵੇ ਵਾਲੀ ਰੋਡ ਹੈ। ਮਤਲਬ ਜੇ ਅਸੀਂ ਦੂਸਰਿਆਂ ਤੋਂ ਰਿਸਪੈਕਟ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਰਿਸਪੈਕਟ ਦੇਣੀ ਵੀ ਪਊਗੀ। ਇੱਥੇ ਤੁਹਾਨੂੰ ਇਹ ਗੱਲ ਵੀ ਸਮਝਣੀ ਪਏਗੀ ਕਿ ਕਿਸੇ ਨੂੰ ਰਿਸਪੈਕਟ ਦੇਣ ਲਈ ਉਸ ਨੂੰ ਬਦਲਣਾ ਜ਼ਰੂਰੀ ਨਹੀਂ ਹੈ। ਕੋਈ ਇਨਸਾਨ ਜਿਸ ਤਰ੍ਹਾਂ ਦਾ ਵੀ ਹੈ, ਅਗਰ ਅਸੀਂ ਉਸ ਨੂੰ ਉਸੇ ਤਰੀਕੇ ਨਾਲ ਐਕਸੈਪਟ ਕਰਕੇ ਉਸ ਨੂੰ ਰਿਸਪੈਕਟ ਦੇਵਾਂਗੇ ਤਾਂ ਉਹ ਇਨਸਾਨ ਹੋਰ ਜ਼ਿਆਦਾ ਵਧੀਆ ਬਣ ਸਕਦਾ ਹੈ। ਕਿਸੇ ਨੂੰ ਵੀ ਰਿਸਪੈਕਟ ਦੇਣ ਤੋਂ ਪਹਿਲਾਂ ਉਸ ਦਾ ਰੰਗ ਰੂਪ, ਧਰਮ, ਮਜ਼ਹਬ, ਅਮੀਰੀ ਗਰੀਬੀ, ਜਾਤ ਪਾਤ ਨਹੀਂ ਦੇਖਣੀ ਚਾਹੀਦੀ, ਸਗੋਂ ਉਮਰ ਅਤੇ ਜਜ਼ਬਾਤ ਦੇਖਣੇ ਚਾਹੀਦੇ ਹਨ। ਰਿਸਪੈਕਟ ਵਰਡ ਇੱਕ ਪੋਜ਼ਿਟਿਵ ਵਰਡ ਹੈ ਜਿਹੜਾ ਆਪਾਂ ਨੂੰ ਦੂਸਰਿਆਂ ਦੇ ਪ੍ਰਤੀ ਆਪਣੀ ਪੋਜ਼ਿਟਿਵ ਫੀਲਿੰਗਸ ਦਾ ਅਹਿਸਾਸ ਦਿਵਾਉਂਦਾ ਹੈ। ਇਸ ਪੋਜ਼ਿਟਿਵ ਫੀਲਿੰਗ ਦਾ ਅਹਿਸਾਸ ਸਿਰਫ ਆਪਾਂ ਨੂੰ ਹੀ ਨਹੀਂ, ਸਾਹਮਣੇ ਵਾਲੇ ਨੂੰ ਵੀ ਹੁੰਦਾ ਹੈ, ਚਾਹੇ ਉਹ ਇਨਸਾਨ ਆਪਣੇ ਪੇਰੈਂਟਸ ਹੋਣ, ਰਿਲੇਟਿਵਸ, ਟੀਚਰਸ, ਫਰੈਂਡਸ ਜਾਂ ਆਪਣੇ ਨਾਲ ਕੰਮ ਕਰਨ ਵਾਲੇ ਕੋਈ ਵੀ ਸਾਥੀ। ਰਿਸਪੈਕਟ ਸ਼ਬਦਾਂ ਦੀ ਮੁਹਤਾਜ ਨਹੀਂ ਹੁੰਦੀ। ਅਸੀਂ ਆਪਣੇ ਕੰਮਾਂ ਨਾਲ, ਆਪਣੇ ਐਕਸ਼ਨਸ ਦੇ ਨਾਲ ਵੀ ਰਿਸਪੈਕਟ ਸ਼ੋ ਕਰ ਸਕਦੇ ਹਾਂ। ਸਿਰਫ ਕਹਿਣਾ ਹੀ ਕਾਫੀ ਨਹੀਂ ਹੁੰਦਾ ਕਿ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਹਾਂ ਜਾਂ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਹਾਂ। ਅਸਲ ਦੇ ਵਿੱਚ ਰਿਸਪੈਕਟ ਉਹ ਫੀਲਿੰਗ ਹੈ ਜਿਹੜੀ ਕਿ ਆਪਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਕਿਸੇ ਪ੍ਰਤੀ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦਾ ਇੱਕ ਇਹੋ ਜਿਹਾ ਨਜ਼ਰੀਆ ਹੈ ਜਿਸ ਨਾਲ ਆਪਾਂ ਦੂਸਰੇ ਦੀ ਗੱਲਾਂ ਨੂੰ ਧਿਆਨ ਨਾਲ ਸੁਣਨਾ ਤੇ ਸਮਝਣਾ ਸਿੱਖਦੇ ਹਾਂ। ਰਿਸਪੈਕਟ ਦਾ ਮਤਲਬ ਦੂਸਰਿਆਂ ਦੇ ਵਿਚਾਰਾਂ ਨੂੰ ਐਕਸੈਪਟ ਕਰਨਾ ਹੈ। ਰਿਸਪੈਕਟ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਉਹ ਰਿਸਪੈਕਟ ਜੋ ਅਸੀਂ ਦੂਸਰਿਆਂ ਨੂੰ ਦਿੰਦੇ ਹਾਂ, ਦੂਸਰੀ ਰਿਸਪੈਕਟ ਅਸੀਂ ਖੁਦ ਨੂੰ। ਜਿੱਥੇ ਦੂਸਰਿਆਂ ਨੂੰ ਰਿਸਪੈਕਟ ਦੇਣਾ ਜ਼ਰੂਰੀ ਹੈ, ਉੱਥੇ ਖੁਦ ਦੀ ਰਿਸਪੈਕਟ ਕਰਨਾ ਵੀ ਓਨਾ ਹੀ ਇੰਪੋਰਟੈਂਟ ਹੈ। ਤੇ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਸੈਲਫ ਰਿਸਪੈਕਟ ਦੇ ਚੱਕਰ ਵਿੱਚ ਅਸੀਂ ਦੂਸਰਿਆਂ ਨੂੰ ਹਰਟ ਤਾਂ ਨਹੀਂ ਕਰ ਰਹੇ। ਰਿਸਪੈਕਟ ਦੇਣ ਦੇ ਨਾਲ ਅਸੀਂ ਬਹੁਤ ਸਾਰੇ ਰਿਸ਼ਤਿਆਂ ਨੂੰ ਬਚਾ ਸਕਦੇ ਹਾਂ। ਰਿਸਪੈਕਟ ਦੇਣਾ ਸਿੱਖਣ ਦੇ ਨਾਲ ਤੁਸੀਂ ਜ਼ਿੰਦਗੀ ਜਿਉਣ ਦੇ ਹੁਨਰ ਨੂੰ ਸਿੱਖਦੇ ਹੋ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋ, ਖੁਸ਼ ਰਹਿਣਾ ਤੇ ਖੁਸ਼ ਰੱਖਣਾ ਸਿੱਖਦੇ ਹੋ। ਜਦੋਂ ਤੁਸੀਂ ਕਿਸੇ ਨੂੰ ਰਿਸਪੈਕਟ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੀ ਪ੍ਰਸ਼ੰਸਾ ਕਰ ਰਹੇ ਹੋ ਅਤੇ ਉਸ ਨਾਲ ਸਹੀ ਤਰੀਕੇ ਨਾਲ ਵਿਵਹਾਰ ਕਰ ਰਹੇ ਹੋ। ਕਿਸੇ ਦੀ ਮਦਦ ਕਰਨਾ, ਥੈਂਕ ਯੂ ਕਹਿਣਾ, ਕਿਸੇ ਦੀ ਗੱਲ ਧਿਆਨ ਨਾਲ ਸੁਣਨਾ, ਇਹ ਸਭ ਰਿਸਪੈਕਟ ਪੇ ਕਰਨ ਦੇ ਹੀ ਜ਼ਰੀਏ ਹਨ, ਤਰੀਕੇ ਹਨ। 5th ਰੂਲ ਹੈ ਅੰਡਰਸਟੈਂਡਿੰਗ, ਯਾਨੀ ਕਿ ਸਮਝ ਜਾਂ ਸੂਝ-ਬੂਝ। ਅੰਡਰਸਟੈਂਡਿੰਗ ਹਰ ਰਿਸ਼ਤੇ ਦੀ ਬੁਨਿਆਦ ਹੈ ਜਿਹਦੇ ਉੱਪਰ ਹਰ ਰਿਸ਼ਤਾ ਨਿਰਭਰ ਕਰਦਾ ਹੈ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਗੱਲ ਤੇ ਤੁਹਾਡਾ ਆਪਣੇ ਦੋਸਤਾਂ ਜਾਂ ਭੈਣ ਭਰਾਵਾਂ ਦੇ ਨਾਲ ਮਨ ਮੁਟਾਵ ਹੋ ਜਾਂਦਾ ਹੈ ਅਤੇ ਤੁਸੀਂ ਸਾਹਮਣੇ ਵਾਲੇ ਨੂੰ ਸਮਝਣ ਦੀ ਬਜਾਏ ਇੱਕਦਮ ਆਪਣਾ ਫੈਸਲਾ ਸੁਣਾ ਦਿੰਦੇ ਹੋ, ਜਿਸ ਦੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਹਨ। ਪਰ ਜੇ ਤੁਸੀਂ ਉਹਨਾਂ ਦੇ ਹਾਲਾਤ, ਭਾਵਨਾਵਾਂ ਜਾਂ ਮੰਤਵ ਨੂੰ, ਮੋਟਿਵ ਨੂੰ ਸਮਝ ਕੇ ਸੂਝ-ਬੂਝ ਦੇ ਨਾਲ ਗੱਲ ਕਰਦੇ ਹੋ ਤਾਂ ਰਿਸ਼ਤਿਆਂ ਦੇ ਵਿੱਚ ਮਿਠਾਸ ਦੁਬਾਰਾ ਆ ਜਾਂਦੀ ਹੈ ਅਤੇ ਗੁੱਸਾ ਵੀ ਖਤਮ ਹੋ ਜਾਂਦਾ ਹੈ। ਕਿਸੇ ਵੀ ਗੱਲ ਦੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਅਤੇ ਦੂਜਿਆਂ ਨੂੰ ਗਲਤ ਸਮਝਣ ਤੋਂ ਪਹਿਲਾਂ ਹਰ ਗੱਲ ਦਾ ਦੂਜਾ ਪਹਿਲੂ ਵੀ ਦੇਖੋ, ਸੋਚੋ ਅਤੇ ਦੂਸਰਿਆਂ ਦਾ ਨਜ਼ਰੀਆ ਵੀ ਸਮਝਣ ਦੀ ਕੋਸ਼ਿਸ਼ ਕਰੋ। ਕਦੇ-ਕਦੇ ਉਹ ਸੱਚ ਨਹੀਂ ਹੁੰਦਾ ਜੋ ਤੁਸੀਂ ਦੇਖ ਜਾਂ ਸੁਣ ਰਹੇ ਹੁੰਦੇ ਹੋ। ਜੇ ਤੁਸੀਂ ਦੂਸਰਿਆਂ ਨੂੰ ਵੀ ਆਪਣਾ ਪੱਖ ਰੱਖਣ ਦੀ ਹਿੰਮਤ ਦਿੰਦੇ ਹੋ, ਹੌਸਲਾ ਦਿੰਦੇ ਹੋ, ਤਾਂ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਦੇ ਵੀ ਗਲਤਫਹਿਮੀ ਦੀ ਦੀਵਾਰ ਖੜੀ ਨਹੀਂ ਹੋ ਸਕਦੀ।
ਇਹ ਅੰਡਰਸਟੈਂਡਿੰਗ ਵਾਲਾ ਰਵੱਈਆ ਤੁਸੀਂ ਆਪਣੇ ਦੋਸਤਾਂ, ਭੈਣ ਭਰਾਵਾਂ ਦੇ ਨਾਲ ਆਪਣੇ ਮਾਤਾ ਪਿਤਾ ਅਤੇ ਅਧਿਆਪਕ ਦੇ ਨਾਲ ਵੀ ਬਣਾ ਕੇ ਰੱਖਣਾ ਹੈ। ਪਿਆਰੇ ਬੱਚਿਓ, ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਤੁਹਾਡੇ ਮਾਤਾ ਪਿਤਾ ਅਤੇ ਅਧਿਆਪਕ ਦੀ ਝਿੜਕ ਲਾਡ ਪਿਆਰ ਨਾਲੋਂ ਜ਼ਿਆਦਾ ਤਾਕਤਵਰ ਅਤੇ ਉਸਾਰੂ ਹੁੰਦੀ ਹੈ। ਤੁਸੀਂ ਕਿਸੇ ਤੋਂ ਸਹਿਯੋਗ ਅਤੇ ਆਪਣੇਪਨ ਦੀ ਆਸ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੁੰਦੇ ਹੋ। 6th ਰੂਲ ਹੈ ਲਵ, ਯਾਨੀ ਕਿ ਪਿਆਰ। ਇੱਕ ਬਹੁਤ ਹੀ ਪਿਆਰਾ ਕਿਊਟ ਹੈ, ਲਾਈਫ ਵਿਦਆਊਟ ਲਵ ਇਜ਼ ਲਾਈਕ ਅ ਟਰੀ ਵਿਦਆਊਟ ਬਲੌਸਮਸ ਔਰ ਫਰੂਟ। ਇਸ ਦਾ ਮਤਲਬ ਹੈ ਕਿ ਪਿਆਰ ਬਿਨਾ ਜ਼ਿੰਦਗੀ ਉਸ ਟਰੀ ਵਾਂਗ ਹੈ ਜਿਸ ਦੇ ਉੱਪਰ ਨਾ ਤਾਂ ਕੋਈ ਫੁੱਲ ਲੱਗਦਾ ਹੈ ਔਰ ਨਾ ਹੀ ਫਲ। ਮੰਨ ਲਓ ਤੁਸੀਂ ਆਪਣੇ ਘਰ ਇੱਕ ਪਪੀਤੇ ਦਾ ਪੌਦਾ ਲਗਾਇਆ, ਲੇਕਿਨ ਉਹ ਪੌਦਾ ਲਗਾ ਕੇ ਤੁਸੀਂ ਭੁੱਲ ਗਏ। ਨਾ ਤਾਂ ਉਸ ਪੌਦੇ ਨੂੰ ਪਾਣੀ ਦਿੱਤਾ, ਨਾ ਉਸ ਦਾ ਧਿਆਨ ਰੱਖਿਆ, ਨਾ ਉਹਦੀ ਪਰਵਾਹ ਕੀਤੀ, ਨਾ ਹੀ ਉਸ ਨੂੰ ਪਿਆਰ ਕੀਤਾ, ਤਾਂ ਤੁਸੀਂ ਕੁਝ ਮਹੀਨਿਆਂ ਬਾਅਦ ਉਸ ਤੋਂ ਫਲ ਜਾਂ ਫੁੱਲ ਦੀ ਡਿਮਾਂਡ ਕਿਵੇਂ ਕਰ ਸਕਦੇ ਹੋ? ਜਦੋਂ ਤੱਕ ਤੁਹਾਨੂੰ ਉਸ ਪਲਾਂਟ ਦੇ ਨਾਲ ਪਿਆਰ ਨਹੀਂ ਹੋਏਗਾ, ਤੁਸੀਂ ਉਦੋਂ ਤੱਕ ਉਸ ਪਲਾਂਟ ਦੀ ਦੇਖਭਾਲ ਵੀ ਨਹੀਂ ਕਰ ਸਕੋਗੇ। ਬਿਲਕੁਲ ਐਸੇ ਤਰ੍ਹਾਂ ਆਪਣੇ ਘਰ ਰੂਪੀ ਟਰੀ ਨੂੰ, ਦਰਖਤ ਨੂੰ ਵੀ ਪਿਆਰ ਦੀ ਲੋੜ ਹੈ, ਪਰਵਾਹ ਦੀ ਲੋੜ ਹੈ, ਵਿਸ਼ਵਾਸ ਦੀ ਲੋੜ ਹੈ। ਆਪਣੇ ਘਰ ਪਰਿਵਾਰ ਦੇ ਵਿੱਚ ਰਹਿਣ ਵਾਲਾ ਹਰ ਇਨਸਾਨ ਆਪਣੀ ਸੋਚ ਜਾਂ ਆਪਣੇ ਬਿਹੇਵੀਅਰ ਤੋਂ ਆਪਣੇ ਨਾਲ ਅਲੱਗ ਹੋ ਸਕਦਾ ਹੈ, ਲੇਕਿਨ ਜੇ ਆਪਾਂ ਪਿਆਰ ਨਾਲ ਰਹਿੰਦੇ ਹਾਂ, ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਕਰਕੇ ਰਹਿੰਦੇ ਹਾਂ, ਤਾਂ ਇਹੀ ਘਰ ਇੱਕ ਸਵਰਗ ਵਰਗਾ ਘਰ ਬਣ ਸਕਦਾ ਹੈ। ਪਿਆਰ ਦਾ ਮਤਲਬ ਹੈ ਕਿ ਅਸੀਂ ਆਪਣੀ ਫੈਮਿਲੀ ਦੇ ਲਈ, ਆਪਣੇ ਘਰਦਿਆਂ ਲਈ ਕੁਝ ਵੀ ਸੈਕਰੀਫਾਈਸ ਕਰਨ ਲਈ ਤਿਆਰ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਹਰ ਖੁਸ਼ੀ ਆਪਣੇ ਘਰ ਦੇ ਵਿੱਚ ਹੀ ਲੱਭਦੇ ਹਾਂ। ਆਪਣੇ ਮਾਂ-ਬਾਪ ਦੇ ਨਾਲ ਜੁੜੇ ਹੋਣ ਦੀ ਭਾਵਨਾ, ਪਿਆਰ ਦੀ ਭਾਵਨਾ ਤਾਂ ਪੈਦਾ ਹੁੰਦੇ ਸਾਰ ਹੀ ਸ਼ੁਰੂ ਹੋ ਜਾਂਦੀ ਹੈ। ਇਹ ਤਾਂ ਉਹ ਰਿਸ਼ਤਾ ਹੈ, ਉਹ ਡੋਰ ਹੈ ਜੋ ਸਾਨੂੰ ਆਪਸ ਦੇ ਵਿੱਚ ਬੰਨ੍ਹ ਕੇ ਰੱਖਦਾ ਹੈ। ਬਚਪਨ ਦੇ ਵਿੱਚ ਤੁਸੀਂ ਹਰ ਪਲ ਆਪਣੇ ਮਾਤਾ ਪਿਤਾ ਨੂੰ ਆਪਣੇ ਆਸ-ਪਾਸ ਹੀ ਦੇਖਣਾ ਚਾਹੁੰਦੇ ਸੀ। ਉਹਨਾਂ ਦਾ ਧਿਆਨ ਆਪਣੀ ਤਰਫ ਖਿੱਚਣ ਦੇ ਲਈ ਬਹੁਤ ਤਰ੍ਹਾਂ ਦੇ ਯਤਨ ਕਰਦੇ ਸੀ। ਹੁਣ ਜਦੋਂ ਤੁਸੀਂ ਵੱਡੇ ਹੋ ਰਹੇ ਹੋ ਤਾਂ ਉਹਨਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਹਮੇਸ਼ਾ ਇਹ ਸੋਚੋ ਕਿ ਤੁਹਾਨੂੰ ਤੁਹਾਡੇ ਮਾਂ-ਬਾਪ ਦੀ ਹਰ ਕਦਮ 'ਤੇ ਲੋੜ ਹੈ ਅਤੇ ਉਹਨਾਂ ਨੂੰ ਤੁਹਾਡੀ। ਪਿਆਰੇ ਬੱਚਿਓ, ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਤੁਹਾਡੇ ਮਾਤਾ ਪਿਤਾ ਨੂੰ ਹਰ ਕਦਮ 'ਤੇ ਔਰ ਉਮਰ ਦੇ ਹਰ ਪੜਾਅ 'ਤੇ ਤੁਹਾਡੀ ਮਦਦ ਦੀ ਔਰ ਤੁਹਾਡੇ ਧਿਆਨ ਦੀ ਬਹੁਤ ਜ਼ਿਆਦਾ ਲੋੜ ਹੈ। ਲਾਸਟ ਰੂਲ ਹੈ ਇਮੋਸ਼ਨਸ, ਯਾਨੀ ਕਿ ਭਾਵਨਾ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਇਮੋਸ਼ਨਸ ਯਾਨੀ ਕਿ ਫੀਲਿੰਗਸ ਨੂੰ ਮਹਿਸੂਸ ਕਰਦੇ ਹੋ। ਕਦੇ ਖੁਸ਼ੀ, ਕਦੇ ਗਮੀ, ਕਦੇ ਡਰ, ਕਦੇ ਗੁੱਸਾ, ਕਦੇ ਹੈਰਾਨੀ, ਕਦੇ ਨਫ਼ਰਤ, ਕਦੇ ਪਿਆਰ। ਪਰ ਇਹਨਾਂ ਇਮੋਸ਼ਨਸ ਦਾ ਸਹੀ ਤਾਲਮੇਲ ਬਿਠਾ ਕੇ ਰੱਖਣਾ ਹੀ ਬੇहद ਜ਼ਰੂਰੀ ਹੈ। ਇਹ ਇਮੋਸ਼ਨਸ, ਇਹ ਭਾਵਨਾਵਾਂ ਦੋ ਤਰੀਕਿਆਂ ਦੀਆਂ ਹੁੰਦੀਆਂ, ਇੱਕ ਪੋਜ਼ਿਟਿਵ, ਇੱਕ ਨੈਗੇਟਿਵ। ਪੋਜ਼ਿਟਿਵ ਫੀਲਿੰਗਸ ਰਿਸ਼ਤਿਆਂ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਂਦੀ ਹੈ ਔਰ ਦੂਸਰੇ ਪਾਸੇ ਨੈਗੇਟਿਵ ਫੀਲਿੰਗਸ ਰਿਸ਼ਤਿਆਂ ਦੇ ਵਿੱਚ ਨੈਗੇਟਿਵਿਟੀ ਲੈ ਕੇ ਆਉਂਦੀ ਹੈ। ਇਹ ਫੀਲਿੰਗਸ ਆਪਣੀ ਸੋਚ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਪੋਜ਼ਿਟਿਵ ਫੀਲਿੰਗਸ ਆਪਣੇ ਅੰਦਰ ਪੋਜ਼ਿਟਿਵ ਸੋਚ ਨੂੰ ਪੈਦਾ ਕਰਦੀ ਹੈ, ਜਦਕਿ ਨੈਗੇਟਿਵ ਫੀਲਿੰਗਸ ਆਪਣੇ ਅੰਦਰ ਨਕਾਰਾਤਮਕ ਸੋਚ ਨੂੰ ਪੈਦਾ ਕਰਦੀ ਹੈ। ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਸਮੇਂ ਇਹ ਸੋਚੋ ਕਿ ਕਿਤੇ ਤੁਹਾਡੀ ਫੀਲਿੰਗਸ ਕਿਸੇ ਨੂੰ ਹਰਟ ਤਾਂ ਨਹੀਂ ਕਰ ਰਹੀਆਂ। ਹਮੇਸ਼ਾ ਦੂਸਰਿਆਂ ਨਾਲ ਉਹੀ ਵਿਹਾਰ ਕਰੋ ਜੋ ਤੁਸੀਂ ਆਪਣੇ ਲਈ ਚਾਹੁੰਦੇ ਹੋ। ਪਿਆਰੇ ਬੱਚਿਓ, ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਤੁਹਾਡਾ ਚਰਿੱਤਰ ਹੀ ਤੁਹਾਡਾ ਸ਼ੀਸ਼ਾ ਹੈ ਅਤੇ
ਤੁਹਾਡੀ ਭਾਵਨਾਵਾਂ ਇਸ ਦਾ ਪ੍ਰਤੀਬਿੰਬ। ਅੱਜ ਤੁਸੀਂ ਅਲੱਗ-ਅਲੱਗ 7 ਨਿਯਮ ਕੈਬ ਰੂਲ ਦੇ ਦੁਆਰਾ ਸਮਝੇ ਹਨ। ਤੁਸੀਂ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਅਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ। ਜੇ ਤੁਸੀਂ ਕੈਬ ਰੂਲ ਦੇ ਇਹਨਾਂ ਨਿਯਮਾਂ ਦਾ ਪਾਲਣ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰੀ ਬੀਤੇਗੀ। ਆਉਣ ਵਾਲੀ ਹਰ ਮੁਸ਼ਕਿਲ ਬਹੁਤ ਜਲਦੀ ਦੂਰ ਹੋ ਜਾਏਗੀ ਅਤੇ ਹਰ ਰਿਸ਼ਤਾ ਤੁਹਾਡੇ ਲਈ ਇੰਪੋਰਟੈਂਟ ਬਣ ਜਾਏਗਾ। ਇਹ 7 ਗੋਲਡਨ ਰੂਲਸ ਜਿੱਥੇ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਗੇ, ਉੱਥੇ ਤੁਹਾਡੀ ਸ਼ਖਸੀਅਤ ਦਾ ਨਿਰਮਾਣ ਵੀ ਕਰਨਗੇ ਅਤੇ ਤੁਹਾਡੇ ਆਉਣ ਵਾਲੇ ਭਵਿੱਖ ਨੂੰ ਸੁਨਹਿਰਾ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਨਗੇ। ਪਿਆਰੇ ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਨਾਂ 7 ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦਾ ਫੈਸਲਾ ਵੀ ਕਰ ਲਿਆ ਹੋਵੇਗਾ। ਤੇ ਆਓ ਹੁਣ ਆਪਾਂ ਸਹੀ ਅਤੇ ਗਲਤ ਦੀ ਚੋਣ ਕਰੀਏ। ਹੁਣ ਮੈਂ ਤੁਹਾਨੂੰ ਇੱਕ ਕਰਕੇ 6 ਅਲੱਗ-ਅਲੱਗ ਆਪਸ਼ਨਸ ਦੇ ਰਹੀ ਹਾਂ, ਜਿਨ੍ਹਾਂ ਵਿੱਚੋਂ ਤੁਸੀਂ ਸਹੀ ਅਤੇ ਗਲਤ ਨੂੰ ਅਲੱਗ-ਅਲੱਗ ਕਰ ਦੇਣਾ ਹੈ। ਫਰਸਟ ਆਪਸ਼ਨ ਹੈ ਪਿਆਰ ਨਾਲ ਰਹਿਣਾ। ਸੈਕਿੰਡ, ਘਰ ਦਾ ਖਿਆਲ ਨਾ ਰੱਖਣਾ। ਥਰਡ, ਘਰ ਦੇ ਕੰਮ ਮਿਲ ਜੁਲ ਕੇ ਕਰਨਾ। ਫੋਰਥ, ਸਾਰਾ ਦਿਨ ਇਕੱਲੇ ਹੀ ਰਹਿਣਾ। ਫਿਫਥ, ਇੱਕ ਦੂਜੇ ਦੀ ਮਦਦ ਨਾ ਕਰਨਾ। ਤੇ ਲਾਸਟ, ਵੱਡਿਆਂ ਦੀ ਗੱਲ ਧਿਆਨ ਨਾਲ ਸੁਣਨਾ। ਇਹਨਾਂ ਵਿੱਚ 3 ਆਪਸ਼ਨਸ ਬਿਲਕੁਲ ਸਹੀ ਹੈ ਔਰ 3 ਗਲਤ। ਮਤਲਬ 3 ਇਹੋ ਜਿਹੇ ਕੰਮ ਹਨ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਹਨ ਔਰ 3 ਇਹੋ ਜਿਹੇ ਕੰਮ ਹਨ ਜਿਹੜੇ ਆਪਾਂ ਨੂੰ ਕਦੇ ਵੀ ਨਹੀਂ ਕਰਨੇ ਚਾਹੀਦੇ। ਆਓ ਇਹਨਾਂ ਉੱਪਰ ਕੁਝ ਵਿਚਾਰ ਵਿਮਰਸ਼ ਕਰੀਏ। ਫਰਸਟ ਆਪਸ਼ਨ, ਪਿਆਰ ਨਾਲ ਰਹਿਣਾ। ਘਰ ਹੋਵੇ ਚਾਹੇ ਸਕੂਲ, ਸਾਨੂੰ ਹਰ ਇੱਕ ਥਾਂ ਤੇ ਹਰ ਕਿਸੇ ਨਾਲ ਪਿਆਰ ਨਾਲ ਹੀ ਰਹਿਣਾ ਚਾਹੀਦਾ ਹੈ। ਸੋ ਇਹ ਸਹੀ ਆਪਸ਼ਨ ਹੈ। ਸੈਕਿੰਡ ਆਪਸ਼ਨ ਹੈ ਘਰ ਦਾ ਖਿਆਲ ਨਾ ਰੱਖਣਾ। ਜੇ ਅਸੀਂ ਆਪਣੇ ਘਰ ਦਾ ਖਿਆਲ ਨਹੀਂ ਰੱਖਾਂਗੇ ਤਾਂ ਅਸੀਂ ਆਪਣੇ ਘਰ ਦੇ ਨਾਲ ਜੁੜੇ ਹੋਏ ਮਹਿਸੂਸ ਨਹੀਂ ਕਰ ਸਕਦੇ। ਇਸ ਲਈ ਇਹ ਫੀਲਿੰਗ ਗਲਤ ਹੈ। ਥਰਡ ਆਪਸ਼ਨ ਹੈ ਘਰ ਦੇ ਕੰਮ ਮਿਲ ਜੁਲ ਕੇ ਕਰਨਾ। ਬਿਲਕੁਲ ਸਹੀ ਆਪਸ਼ਨ ਹੈ। ਜਦੋਂ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਤਾਂ ਉਸ ਨਾਲ ਪਿਆਰ ਤੇ ਬਾਕੀ ਸਾਰੀ ਫੀਲਿੰਗਸ ਵੱਧਦੀਆਂ ਹੈ, ਆਪਸ ਦੇ ਵਿੱਚ ਆਪਣਾਪਨ ਮਹਿਸੂਸ ਹੁੰਦਾ ਹੈ। ਫੋਰਥ ਆਪਸ਼ਨ ਹੈ ਸਾਰਾ ਦਿਨ ਇਕੱਲੇ ਹੀ ਰਹਿਣਾ। ਇਹ ਆਪਸ਼ਨ ਗਲਤ ਹੈ। ਜੇ ਆਪਾਂ ਸਾਰਾ ਦਿਨ ਇਕੱਲੇ ਹੀ ਰਹਾਂਗੇ ਤਾਂ ਆਪਾਂ ਦੂਸਰਿਆਂ ਦੀ ਲੋੜ ਨੂੰ ਮਹਿਸੂਸ ਨਹੀਂ ਕਰ ਪਾਵਾਂਗੇ, ਤਾਂ ਸਾਂਝ ਦੀ ਭਾਵਨਾ ਬਰਕਰਾਰ ਨਹੀਂ ਰਹਿ ਸਕਦੀ। ਫਿਫਥ ਆਪਸ਼ਨ ਹੈ ਇੱਕ ਦੂਜੇ ਦੀ ਮਦਦ ਨਾ ਕਰਨਾ। ਇਹ ਆਪਸ਼ਨ ਬਿਲਕੁਲ ਗਲਤ ਹੈ। ਘਰ ਹੋਏ ਚਾਹੇ ਸਕੂਲ, ਹਰ ਜਗ੍ਹਾ ਤੇ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਜੇ ਆਪਾਂ ਦੂਸਰਿਆਂ ਦੀ ਮਦਦ ਕਰਾਂਗੇ ਤਾਂ ਹੀ ਤਾਂ ਆਪਾਂ ਖੁਦ ਦੇ ਲਈ ਮਦਦ ਦੀ ਉਮੀਦ ਕਰਾਂਗੇ। ਲਾਸਟ ਆਪਸ਼ਨ ਹੈ ਵੱਡਿਆਂ ਦੀ ਗੱਲ ਧਿਆਨ ਨਾਲ ਸੁਣਨਾ। ਬਿਲਕੁਲ ਸਹੀ ਆਪਸ਼ਨ ਹੈ। ਕਹਿੰਦੇ ਹਨ ਵੱਡਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਅਦ ਵਿੱਚ ਪਤਾ ਚੱਲਦਾ ਹੈ। ਸਾਡੇ ਵੱਡੇ ਬਜ਼ੁਰਗ ਸਾਨੂੰ ਜੋ ਵੀ ਸਲਾਹਾਂ ਦਿੰਦੇ ਹਨ, ਜੋ ਵੀ ਸਾਨੂੰ ਗੱਲਾਂ ਸਮਝਾਉਂਦੇ ਹਨ, ਉਹ ਬਿਲਕੁਲ ਸਹੀ ਹੁੰਦੀਆਂ ਹਨ। ਉਹਨਾਂ ਦਾ ਤਜਰਬਾ ਸਾਨੂੰ ਬਹੁਤ ਗੱਲਾਂ ਸਿਖਾ ਜਾਂਦਾ ਹੈ। ਇਸ ਲਈ ਸਾਨੂੰ ਹਮੇਸ਼ਾ ਵੱਡਿਆਂ ਦੀ ਗੱਲ ਧਿਆਨ ਦੇ ਨਾਲ ਸੁਣਨੀ ਚਾਹੀਦੀ ਹੈ। ਪਿਆਰੇ ਬੱਚਿਓ, ਹੁਣ ਤੁਸੀਂ ਇੱਕ ਕਾਗਜ਼ ਤੇ ਇਹ ਲਿਖੋ ਕਿ ਮੇਰੀ ਇਹ ਗੱਲਾਂ ਸੁਣ ਕੇ ਤੁਸੀਂ ਆਪਣੇ ਅੰਦਰ ਕਿਹੜੇ-ਕਿਹੜੇ ਬਦਲਾਵ ਲੈ ਕੇ ਆਉਣ ਦੀ ਕੋਸ਼ਿਸ਼ ਕਰੋਗੇ ਅਤੇ ਕਿਵੇਂ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਪਰ ਐਸੇ ਨਾਲ ਹੀ ਇਹ ਵੀ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਅੰਦਰ ਆਏ ਹੋਏ ਬਦਲਾਵ
ਮੇਰੇ ਨਾਲ ਸਾਂਝੇ ਜ਼ਰੂਰ ਕਰੋਗੇ। ਥੈਂਕ ਯੂ।